ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਤੁਹਾਨੂੰ ਕੁਝ ਅਹਿਮ ਅਪਡੇਟਸ ਦੱਸਾਂਗੇ, ਜਿਸ ਦੇ ਵਿੱਚ ਜੋ ਸਾਬਕਾ ਪੰਜਾਬੀ ਮੂਲ ਦੇ ਐਮਪੀ ਨੇ ਉਹਨਾਂ ਦੇ ਉੱਤੇ ਫਰਾਡ ਦੇ ਇਲਜ਼ਾਮ ਲੱਗੇ ਸੀ, ਉਸ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ। ਸਰੀ ਦੇ ਇੱਕ ਸਕੂਲ ਵਿੱਚ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੀ ਕਲਾਸ ਨੂੰ ਕੁਆਰੰਟਾਈਨ ਹੋਣ ਦੇ ਵਾਸਤੇ ਕਹਿ ਦਿੱਤਾ ਗਿਆ ਹੈ। ਪ੍ਰਿੰਸ ਜਾਰਜ ਤੋਂ ਇੱਕ ਡੌਗ ਦੇ ਨਾਲ ਕੁੱਟਮਾਰ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ, ਉਸ ਨੂੰ ਜਬਰੀ ਸ਼ਰਾਬ ਪਿਲਾਈ ਜਾਣ ਤੇ ਨਸ਼ੇ ਦਿੱਤੇ ਜਾਣ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਉਸ ਦੇ ਬਾਰੇ ਕੀ ਅਪਡੇਟ ਦੱਸਾਂਗੇ। ਐਬਸਫੋਰਡ ਤੋਂ ਬਲੂਬੇਰੀ ਦੇ ਫਾਰਮ ਦੇ ਵਿੱਚੋਂ ਜੋ ਇੱਕ ਮਸ਼ੀਨ ਚੋਰੀ ਹੋਈ ਹੈ, ਉਸ ਦੇ ਬਾਰੇ ਦੱਸਾਂਗੇ ਤੇ ਨਾਲ ਹੀ ਇਹ ਦੱਸਾਂਗੇ ਕਿ ਕੋਵਿਡ-19 ਦੇ ਰੈਪਿਡ ਟੈਸਟ ਕਿਟਸ ਨੂੰ ਕਿਸ ਤਰ੍ਹਾਂ ਸਿਹਤ ਵਿਭਾਗ ਦੇ ਵੱਲੋਂ ਜੋ ਮਨਜ਼ੂਰੀ ਦਿੱਤੀ ਗਈ ਹੈ ਤੇ 13 ਮਿੰਟ ਦੇ ਵਿੱਚ ਕਿਵੇਂ ਇਸ ਦੇ ਨਤੀਜੇ ਆ ਜਾਇਆ ਕਰਨਗੇ ਜਦੋਂ ਕੋਵਿਡ-19 ਦਾ ਟੈਸਟ ਹੋਵੇਗਾ। ਇਸ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਇਸ ਖਬਰ ਤੋਂ ਕਿ ਐਮਪੀ ਜੋ ਸਾਬਕਾ ਲਿਬਰਲ ਐਮਪੀ ਨੇ ਬਰੈਂਪਟਨ ਈਸਟ ਤੋਂ ਰਾਜ ਗਰੇਵਾਲ ਦੇ ਉੱਤੇ ਮਾਮਲੇ ਦਰਜ ਹੋਏ ਸੀ। ਪਿਛਲੇ ਮਹੀਨੇ ਫਰਾਡ ਦਾ ਮਾਮਲਾ ਦਰਜ ਹੋਇਆ ਸੀ। $60 ਲੱਖ ਦੇ ਫੰਡ ਦਾ ਹਿਸਾਬ ਨਹੀਂ ਸੀ ਦਿੱਤਾ ਉਹਨਾਂ ਨੇ, ਤੇ ਇਸੇ ਨੂੰ ਲੈ ਕੇ ਹੁਣ ਜੋ ਅਪਡੇਟ ਸਾਹਮਣੇ ਆਈ ਹੈ ਉਸ ਦੇ ਬਾਰੇ ਦੱਸਾਂਗੇ। ਕੈਨੇਡਾ ਦੇ ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਐਥਿਕਸ ਕਮਿਸ਼ਨਰ ਨੂੰ $60 ਲੱਖ ਦੇ ਫੰਡ ਦਾ ਹਿਸਾਬ ਨਹੀਂ ਦਿੱਤਾ, ਜਿਨ੍ਹਾਂ ਦੇ ਉੱਤੇ ਮਾਮਲਾ ਵੀ ਦਰਜ ਹੋਇਆ ਤੇ ਇਸ ਨੂੰ ਹੁਣ ਅਗਲੇ ਸਾਲ ਤੱਕ ਪਾ ਦਿੱਤਾ ਗਿਆ। ਕਰਾਊਨ ਤੇ ਸਾਬਕਾ ਬਰੈਂਪਟਨ ਈਸਟ ਐਮਪੀ ਦੇ ਵਕੀਲ ਦੇ ਵੱਲੋਂ ਸਹਿਮਤੀ ਪ੍ਰਗਟਾਈ ਗਈ ਤੇ ਹੁਣ ਮਾਮਲੇ ਦੀ ਅਗਲੇ ਸਾਲ ਜਨਵਰੀ ਮਹੀਨੇ ਦੀ 6 ਤਰੀਕ ਨੂੰ ਸੁਣਵਾਈ ਹੋਣੀ ਹੈ। ਅੱਜ ਸਵੇਰੇ ਹੀ ਇਸ ਦੇ ਉੱਤੇ ਇਹ ਜਾਣਕਾਰੀ ਦਿੱਤੀ ਗਈ ਹੈ। ਸਾਬਕਾ ਐਮਪੀ ਦੇ ਉੱਤੇ ਫਰਾਡ ਸਮੇਤ ਵਿਸ਼ਵਾਸ ਤੋੜਨ ਸੰਬੰਧੀ ਮਾਮਲੇ ਪਿਛਲੇ ਮਹੀਨੇ ਦਰਜ ਹੋਏ ਸੀ। ਅਦਾਲਤ ਤੋਂ ਜਾਰੀ ਹੋਏ ਕਾਗਜ਼ਾਂ ਮੁਤਾਬਕ ਪੁਲਿਸ ਨੇ ਇਲਜ਼ਾਮ ਲਾਏ ਨੇ ਕਿ ਅਕਤੂਬਰ 19, 2015 ਤੇ ਅਪ੍ਰੈਲ 23, 2019 ਤੱਕ ਗਰੇਵਾਲ ਦੇ ਵੱਲੋਂ ਜਦੋਂ ਐਮਪੀ ਵਜੋਂ ਕੰਮ ਕੀਤਾ ਗਿਆ, ਉਸ ਸਮੇਂ ਵਿੱਚ ਉਹਨਾਂ ਨੂੰ $60 ਲੱਖ ਫੰਡ ਮਿਲਿਆ, ਪਰ ਉਸ ਦੇ ਬਾਰੇ ਸਾਬਕਾ ਐਮਪੀ ਨੇ ਐਥਿਕਸ ਕਮਿਸ਼ਨਰ ਨੂੰ ਜਾਣਕਾਰੀ ਨਹੀਂ ਦਿੱਤੀ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪਬਲਿਕ ਆਫਿਸ ਨੂੰ ਮਿਲੇ ਫੰਡ ਦੀ ਵਰਤੋਂ ਨਿੱਜੀ ਕਾਰਨਾਂ ਦੇ ਲਈ ਕੀਤੀ ਗਈ ਹੈ। ਆਰਸੀਐਮਪੀ ਨੇ ਦੱਸਿਆ ਕਿ ਇਸ ਦੀ ਜਾਂਚ ਸਤੰਬਰ 2017 ਵਿੱਚ ਸ਼ੁਰੂ ਹੋਈ ਸੀ। ਦਰਅਸਲ ਉਹਨਾਂ ਨੂੰ ਗਰੇਵਾਲ ਦੀ ਸ਼ਮੂਲੀਅਤ ਦੇ ਨਾਲ ਕਈ ਸ਼ੱਕੀ ਟ੍ਰਾਂਜੈਕਸ਼ਨਸ ਦੇ ਬਾਰੇ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਜਾਂਚ ਹੋ ਰਹੀ ਸੀ ਤੇ ਪਿਛਲੇ ਮਹੀਨੇ ਇਸ ਦੇ ਲਈ ਮਾਮਲੇ ਦਰਜ ਕਰ ਦਿੱਤੇ ਗਏ। ਇੱਥੇ ਜ਼ਿਕਰਯੋਗ ਹੈ ਕਿ ਸਾਲ 2015 ਦੀਆਂ ਚੋਣਾਂ ਵਿੱਚ ਰਾਜ ਗਰੇਵਾਲ ਐਮਪੀ ਚੁਣੇ ਗਏ ਸੀ, ਪਰ ਆਪਣੀ ਟਰਮ ਪੂਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ 2018 ਵਿੱਚ ਲਿਬਰਲ ਕਾਕਸ ਛੱਡ ਦਿੱਤੀ ਤੇ ਆਜ਼ਾਦ ਤੌਰ ਤੇ ਪਾਰਲੀਮੈਂਟ 'ਚ ਬੈਠਦੇ ਸੀ, ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਵੀ ਪੁਸ਼ਟੀ ਕੀਤੀ ਗਈ ਸੀ ਕਿ ਉਹਨਾਂ ਨੂੰ ਜੂਆ ਖੇਡਣ ਦੀ ਆਦਤ ਪੈ ਗਈ ਸੀ, ਜਿਸ ਨੂੰ ਛੁਡਵਾਉਣ ਦੇ ਲਈ ਉਹਨਾਂ ਨੂੰ ਮਾਨਸਿਕ ਤੌਰ ਤੇ ਇਲਾਜ ਵੀ ਕਰਵਾਉਣਾ ਪਿਆ। ਅਗਲੀ ਖਬਰ ਹੈ ਕੋਵਿਡ-19 ਦੇ ਰੈਪਿਡ ਟੈਸਟ ਦੇ ਬਾਰੇ। ਦਰਅਸਲ ਜਰਮਨੀ ਤੋਂ ਇਸ ਦੇ ਬਾਰੇ ਜਿਹੜੀਆਂ ਕਿਟਸ ਨੇ ਤੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ, ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵੱਲੋਂ ਇਹ ਖਰੀਦੀਆਂ ਜਾਣਗੀਆਂ ਤੇ ਇਸ ਦੇ ਸੰਬੰਧੀ ਦਸਤਖਤ ਸੰਧੀ ਦੇ ਉੱਤੇ ਵੀ ਹੋ ਗਏ ਨੇ। 13 ਮਿੰਟ ਦੇ ਕਰੀਬ ਦਾ ਹੀ ਸਮਾਂ ਲੱਗੇਗਾ, ਜਿਸ ਤੋਂ ਬਾਅਦ ਕੋਵਿਡ-19 ਦੇ ਜੋ ਰਿਪੋਰਟ ਹੈ ਉਹ ਸਾਹਮਣੇ ਆ ਜਾਇਆ ਕਰੇਗੀ। ਕੈਨੇਡਾ ਦੇ ਸਿਹਤ ਵਿਭਾਗ ਨੇ ਜਰਮਨੀ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਕਿਟਸ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਦੇ ਨਾਲ ਕੋਵਿਡ-19 ਦਾ ਟੈਸਟ ਕਰਨ ਤੋਂ ਬਾਅਦ ਕੁਝ ਮਿੰਟ ਦੇ ਵਿੱਚ ਰਿਪੋਰਟ ਆ ਜਾਇਆ ਕਰੇਗੀ। ਮਿਨਿਸਟਰ ਅਨੀਤਾ ਆਨੰਦ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਵਿੱਚ 2 ਕਰੋੜ ਯਾਨੀ ਕਿ 20 ਮਿਲੀਅਨ ਰੈਪਿਡ ਐਂਟੀਜਨ ਟੈਸਟ ਖਰੀਦੇ ਜਾਣਗੇ, ਜਿਸ ਨੂੰ ਸਿਹਤ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ। ਜਰਮਨੀ ਤੋਂ ਐਬਟ ਰੈਪਿਡ ਡਾਇਗਨੋਸਟਿਕਸ ਨੂੰ ਇਸ ਦੇ ਲਈ ਮਨਜ਼ੂਰੀ ਮਿਲੀ ਹੈ ਕਿ ਉਹਨਾਂ ਵੱਲੋਂ ਕੈਨੇਡਾ ਵਿੱਚ ਪੈਨ ਬਾਇਓ ਐਂਟੀਜਨ ਰੈਪਿਡ ਟੈਸਟ ਵੇਚੇ ਜਾ ਸਕਦੇ ਨੇ। ਕੈਨੇਡਾ ਨੇ ਐਬਟ ਦੇ ਨਾਲ ਸੰਧੀ ਤੇ ਵੀ ਦਸਤਖਤ ਕੀਤੇ ਨੇ, ਜਿਸ ਤਹਿਤ ਕੰਪਨੀ 20.5 ਮਿਲੀਅਨ ਰੂਲਰ ਸਾਈਜ਼ਡ ਟੈਸਟ ਡਿਵਾਈਸ ਭੇਜੇਗੀ ਤੇ ਟੈਸਟ ਜੋ ਆਈਡੀ ਨਾਓ ਕਿਟ ਹੈ, ਇਸ ਦੇ ਨਾਲ 13 ਮਿੰਟ ਵਿੱਚ ਮਰੀਜ਼ ਦੇ ਕੋਵਿਡ-19 ਦੇ ਟੈਸਟ ਦਾ ਨਤੀਜਾ ਨਾਲ ਹੀ ਆ ਸਕਦਾ ਹੈ। ਪੈਨ ਬਾਇਓ ਟੈਸਟ ਦੇ ਵੱਲੋਂ ਐਂਟੀਜਨ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਤੇ 15 ਮਿੰਟ ਤੋਂ ਘੱਟ ਸਮੇਂ ਦੇ ਵਿੱਚ ਨਤੀਜਾ ਆਉਂਦਾ ਹੈ। ਕੈਨੇਡਾ ਵੱਲੋਂ ਇਸ ਸਮੇਂ 7.9 ਮਿਲੀਅਨ ਆਈਡੀ ਨਾਓ ਟੈਸਟ ਖਰੀਦੇ ਜਾ ਰਹੇ ਨੇ ਤੇ ਇਸ ਦੇ ਨਤੀਜੇ ਲਿਆਉਣ ਵਿੱਚ ਮਦਦ ਕਰਨ ਵਾਲੇ ਐਨਾਲਾਈਜ਼ਰ ਬਾਕਸਿਸ 3800 ਨੇ ਜੋ ਖਰੀਦੇ ਜਾ ਰਹੇ ਨੇ। ਇਹ ਪ੍ਰੈਗਨੈਂਸੀ ਟੈਸਟ ਕਿਟ ਦੀ ਤਰ੍ਹਾਂ ਹੋਵੇਗਾ, ਜਿਸ ਦੇ ਵਿੱਚ ਸਟਿਕ ਦੇ ਉੱਤੇ ਇੱਕ ਛੋਟੀ ਖਿੜਕੀ ਦੀ ਤਰ੍ਹਾਂ ਥਾਂ ਬਣੀ ਹੋਵੇਗੀ, ਜਿਸ ਦੇ ਵਿੱਚ ਟੈਸਟ ਪੋਜ਼ਿਟਿਵ ਹੈ ਜਾਂ ਨੈਗੇਟਿਵ ਇਸ ਦੇ ਬਾਰੇ ਪਤਾ ਲੱਗੇਗਾ। ਇਹ 2 ਤਰ੍ਹਾਂ ਦੇ ਟੈਸਟ ਨੇ ਤੇ ਕੈਨੇਡਾ ਸਰਕਾਰ ਇਹਨਾਂ ਨੂੰ ਸੂਬਾ ਤੇ ਟੈਰੀਟਰੀਜ਼ ਦੀਆਂ ਸਰਕਾਰਾਂ ਨੂੰ ਦੇਵੇਗੀ। ਇਸ ਸਾਲ ਦੇ ਅੰਤ ਤੱਕ ਕੈਨੇਡਾ ਵਿੱਚ 2.5 ਮਿਲੀਅਨ ਆਈਡੀ ਨਾਓ ਟੈਸਟ ਆਉਣ ਦੀ ਸੰਭਾਵਨਾ ਹੈ ਤੇ ਪਹਿਲੀ ਕਿਸ਼ਤ ਅਗਲੇ ਹਫ਼ਤੇ ਹੀ ਆ ਰਹੀ ਦੱਸੀ ਗਈ ਹੈ। ਸਰੀ ਦੇ ਇੱਕ ਸਕੂਲ ਤੋਂ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੀ ਕਲਾਸ ਨੂੰ ਕੁਆਰੰਟਾਈਨ ਹੋਣ ਦੇ ਵਾਸਤੇ ਕਹਿ ਦਿੱਤਾ ਗਿਆ ਤੇ ਨਾਲ ਹੀ ਹੋਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਦੇ ਲੱਛਣ ਜੇ ਕਿਸੇ ਵਿੱਚ ਦਿਖਾਈ ਦਿੰਦੇ ਨੇ ਤਾਂ ਉਸ ਦੇ ਉੱਤੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਇਸੇ ਨੂੰ ਲੈ ਕੇ ਤੁਹਾਨੂੰ ਦੱਸਦੇ ਹਾਂ ਪੂਰੀ ਜਾਣਕਾਰੀ।
ਸਰੀ ਵਿੱਚ ਇੱਕ ਐਲੀਮੈਂਟਰੀ ਸਕੂਲ ਦੀ ਪੂਰੀ ਕਲਾਸ ਨੂੰ 14 ਦਿਨ ਦੇ ਵਾਸਤੇ ਸੈਲਫ ਆਈਸੋਲੇਟ ਕਰਨ ਦੇ ਬਾਰੇ ਕਹਿ ਦਿੱਤਾ ਗਿਆ ਹੈ ਕਿਉਂਕਿ ਉਸ ਦੇ ਵਿੱਚ ਕੋਵਿਡ-19 ਦੇ ਮਰੀਜ਼ ਦੇ ਪਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਨਾ ਸਿਰਫ ਉਸ ਕਲਾਸ 'ਚ ਪੜ੍ਹਦੇ ਬੱਚੇ ਸਗੋਂ ਉਹਨਾਂ ਦੇ ਘਰ ਪਰਿਵਾਰਾਂ ਨੂੰ ਵੀ 14 ਦਿਨ ਦੇ ਵਾਸਤੇ ਕੁਆਰੰਟਾਈਨ ਹੋਣ ਦੇ ਵਾਸਤੇ ਕਹਿ ਦਿੱਤਾ ਗਿਆ ਹੈ। ਮਾਪੇ, ਬੱਚੇ ਤੇ ਸਟਾਫ ਨੂੰ ਰੋਜ਼ਮੈਰੀ ਹਾਈਟਸ ਐਲੀਮੈਂਟਰੀ ਸਕੂਲ ਦੇ ਵਿੱਚ 30 ਸਤੰਬਰ, 1 ਅਕਤੂਬਰ ਤੇ 2 ਅਕਤੂਬਰ ਨੂੰ ਕੋਵਿਡ-19 ਦੇ ਐਕਸਪੋਜ਼ਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਕੋਵਿਡ-19 ਦੇ ਮਰੀਜ਼ ਨੂੰ ਟ੍ਰੇਸ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਉਸ ਸਕੂਲ ਦੀ ਪੂਰੀ ਕਲਾਸ ਨੂੰ ਕੁਆਰੰਟਾਈਨ ਕਰਨ ਦੇ ਵਾਸਤੇ ਕਹਿ ਦਿੱਤਾ ਗਿਆ ਹੈ, ਜਿਸ ਦੇ ਲਈ ਅਧਿਕਾਰੀਆਂ ਦੇ ਵੱਲੋਂ ਮਾਪਿਆਂ ਦੇ ਨਾਲ ਤੇ ਸਟਾਫ ਦੇ ਨਾਲ ਸਿੱਧਾ ਸੰਪਰਕ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਸ ਮਾਮਲੇ ਕਰਕੇ ਜਿਹੜੇ ਵੀ ਅੱਗੇ ਵਿਦਿਆਰਥੀ ਪ੍ਰਭਾਵਿਤ ਹੋਏ ਹੋ ਸਕਦੇ ਨੇ, ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਦੇ ਵਿੱਚ ਹੋਰ ਜਮਾਤਾਂ ਦੇ ਵਿੱਚ ਆਉਣ ਵਾਲੇ ਵਿਦਿਆਰਥੀ ਉਸੇ ਤਰ੍ਹਾਂ ਆ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਅਕਤੂਬਰ 1 ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ 50 ਸਕੂਲਾਂ ਵਿੱਚ ਕੋਵਿਡ-19 ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਕੈਨੇਡਾ ਦੇ ਵਿੱਚ ਫੌਜ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਮੁਤਾਬਕ ਫੌਜੀਆਂ 'ਚ ਸੈਂਕੜੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਤੇ ਇਸੇ ਨੂੰ ਲੈ ਕੇ ਅੱਜ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ। ਤੁਹਾਨੂੰ ਉਸ ਦੇ ਬਾਰੇ ਦੱਸਦੇ ਹਾਂ। ਜਦੋਂ ਤੋਂ ਕੋਵਿਡ-19 ਸ਼ੁਰੂ ਹੋਇਆ ਉਦੋਂ ਤੋਂ ਹੁਣ ਤੱਕ ਕੈਨੇਡਾ ਦੇ 222 ਫੌਜੀਆਂ ਨੂੰ ਇਹ ਹੋ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 24 ਫੌਜੀਆਂ ਦੇ ਕੇਸ ਅਜੇ ਵੀ ਐਕਟਿਵ ਨੇ। ਫੌਜੀਆਂ ਦੇ ਕੋਵਿਡ-19 ਤੋਂ ਬਿਮਾਰ ਹੋਣ ਦੇ ਬਾਰੇ ਪੂਰੇ ਅੰਕੜੇ ਅੱਜ ਹੀ ਜਾਰੀ ਕੀਤੇ ਗਏ ਨੇ। ਆਰਮਡ ਫੋਰਸਿਸ ਨੇ ਮਾਰਚ ਮਹੀਨੇ ਰਿਪੋਰਟ ਦਿੱਤੀ ਸੀ ਕਿ ਉਹਨਾਂ ਦੇ 3 ਮੈਂਬਰਸ ਨੂੰ ਕੋਵਿਡ-19 ਹੋਇਆ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਉਹ ਇਹਨਾਂ ਮਾਮਲਿਆਂ ਦੇ ਬਾਰੇ ਨਾਲ ਦੀ ਨਾਲ ਜਾਣਕਾਰੀ ਮੁਹੱਈਆ ਨਹੀਂ ਕਰਵਾ ਸਕਦੇ। ਮਿਲਟਰੀ ਨੇ ਬਾਅਦ ਵਿੱਚ ਦੱਸਿਆ ਸੀ ਕਿ 1600 ਫੌਜੀਆਂ ਦੀ ਡਿਊਟੀ ਓਨਟਾਰੀਓ ਤੇ ਕਿਊਬੈਕ ਦੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਬਜ਼ੁਰਗਾਂ ਦਾ ਧਿਆਨ ਰੱਖਣ ਦੇ ਲਈ ਲੱਗੀ ਸੀ ਤੇ 50 ਫੌਜੀਆਂ ਨੂੰ ਕੋਵਿਡ-19 ਹੋਣ ਦੇ ਬਾਰੇ ਫਿਰ ਦੱਸਿਆ ਗਿਆ ਸੀ, ਜੋ ਬਜ਼ੁਰਗਾਂ ਦਾ ਧਿਆਨ ਰੱਖਦੇ ਹੋਏ ਬਿਮਾਰ ਹੋਏ ਸਨ। ਤੇ ਇਸ ਸਮੇਂ ਹੁਣ ਤਾਜ਼ਾ ਅੰਕੜੇ ਦੱਸੇ ਗਏ ਨੇ ਤੇ ਕਿਹਾ ਗਿਆ ਹੈ ਕਿ ਸੈਂਕੜੇ ਹੀ ਫੌਜੀ ਇਸ ਤੋਂ ਠੀਕ ਵੀ ਹੋ ਚੁੱਕੇ ਨੇ ਤੇ ਇਸ ਸਮੇਂ 24 ਐਕਟਿਵ ਕੇਸ ਨੇ। ਇੱਥੇ ਜ਼ਿਕਰਯੋਗ ਹੈ ਕਿ ਫੌਜ ਦੇ ਵੱਲੋਂ ਫੌਜੀਆਂ ਨੂੰ ਕੋਵਿਡ-19 ਹੋਣ ਦੇ ਬਾਰੇ ਨਾਲ ਦੀ ਨਾਲ ਜਾਣਕਾਰੀ ਦੇਣ ਤੋਂ ਇਸ ਕਰਕੇ ਇਨਕਾਰ ਕੀਤਾ ਗਿਆ ਸੀ ਤਾਂ ਕਿ ਇਸ ਦੇ ਨਾਲ ਬਾਹਰੋਂ ਕੋਈ ਫਾਇਦਾ ਨਾ ਚੁੱਕ ਸਕੇ। ਐਬਸਫੋਰਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਬਲੂਬੇਰੀ ਦੇ ਫਾਰਮ ਦੇ ਵਿੱਚੋਂ ਚੋਰੀ ਹੋਈ ਹੈ। 20 ਫੁੱਟ ਦੇ ਕਰੀਬ ਲੰਮੀ ਮਸ਼ੀਨ ਹੈ ਜਿਸ ਨੂੰ ਚੋਰੀ ਕੀਤਾ ਗਿਆ ਹੈ ਤੇ ਇਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਐਬਸਫੋਰਡ ਦੇ ਵਿੱਚ ਬਲੂਬੇਰੀ ਦੇ ਫਾਰਮਾਂ 'ਚ ਵਰਤੀ ਜਾਣ ਵਾਲੀ ਮਸ਼ੀਨ ਹੀ ਚੋਰੀ ਕਰ ਲਈ ਗਈ ਹੈ, ਜਿਸ ਦੀ ਕੀਮਤ ਕਰੀਬ $2,75,000 ਹੈ। ਜਿਸ ਦੇ ਬਾਰੇ ਐਬਸਫੋਰਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਸ਼ੀਨ ਨੂੰ ਸਤੰਬਰ 30 ਤੋਂ ਅਕਤੂਬਰ 5 ਦੇ ਸਮੇਂ ਵਿੱਚ 40,000 ਬਲਾਕ ਤੇ ਨਾਰਥ ਪੈਰਲਲ ਰੋਡ ਤੋਂ ਚੋਰੀ ਕੀਤਾ ਗਿਆ ਹੈ। ਪ੍ਰਾਪਰਟੀ ਦੇ ਫਰੰਟ ਗੇਟ ਨੂੰ ਪਹਿਲਾਂ ਤੋੜਿਆ ਗਿਆ ਤੇ ਫਿਰ 2016 ਆਕਸਬੋ 7420 ਹਾਰਵੈਸਟਰ ਨੂੰ ਚੋਰੀ ਕਰ ਲਿਆ ਗਿਆ। ਇਹ ਮਸ਼ੀਨ 20 ਫੁੱਟ ਲੰਮੀ ਹੈ। ਇਸ ਬਾਰੇ ਦੱਸਿਆ ਗਿਆ ਕਿ ਬਲੂਬੇਰੀ ਦਾ ਸੀਜ਼ਨ ਸਤੰਬਰ ਦੇ ਮੱਧ ਵਿੱਚ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਜ਼ਿਆਦਾਤਰ ਹਾਰਵੈਸਟਰਸ ਨੂੰ ਅਗਲੇ ਸੀਜ਼ਨ ਦੇ ਲਈ ਸਟੋਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦੌਰਾਨ ਇੱਕ ਥਾਂ ਤੋਂ ਇਹ ਚੋਰੀ ਹੋਈ ਹੈ, ਜਿਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਕੋਲ ਵੀ ਗੱਡੀ ਦੀ ਡੈਸ਼ ਕੈਮ ਵੀਡੀਓ ਜਾਂ ਕੋਈ CCTV ਫੁਟੇਜ ਹੋਵੇ ਤਾਂ ਪੁਲਿਸ ਦੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਐਬਸਫੋਰਡ ਪੁਲਿਸ ਡਿਪਾਰਟਮੈਂਟ ਦੇ ਨਾਲ 6048595225 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਤੋਂ ਹੈ, ਜਿੱਥੇ ਕਿ ਜੋ ਅਧਿਕਾਰੀਆਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਇੱਕ ਡੌਗ ਨੂੰ ਤੇ ਨਾਲ ਹੀ ਉਸਦੇ 10 ਬੱਚਿਆਂ ਨੂੰ, ਜਿਨ੍ਹਾਂ ਦੇ ਨਾਲ ਮਾਲਕ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ। ਮੈਡੀਕਲ ਦੇ ਵਿੱਚ ਇੱਥੋਂ ਤੱਕ ਰਿਪੋਰਟ ਸਾਹਮਣੇ ਆਈ ਹੈ ਕਿ ਉਸ ਦੀਆਂ ਹੱਡੀਆਂ ਵੀ ਕੁਝ ਟੁੱਟੀਆਂ ਹੋਈਆਂ ਸਨ। ਪ੍ਰਿੰਸ ਜਾਰਜ ਤੋਂ ਇੱਕ ਡੌਗ ਤੇ ਉਸਦੇ ਬੱਚਿਆਂ ਨੂੰ BC SPCA ਦੇ ਅਧਿਕਾਰੀਆਂ ਨੇ ਉਸ ਸਮੇਂ ਬਚਾਇਆ ਜਦੋਂ ਉਹਨਾਂ ਨੂੰ ਸ਼ਿਕਾਇਤ ਮਿਲੀ ਕਿ ਇਸ ਡੌਗ ਨੂੰ ਜਿਸ ਨੇ ਰੱਖਿਆ ਹੋਇਆ ਸੀ ਉਸ ਦੇ ਵੱਲੋਂ ਇਸ ਨੂੰ ਮਾਰਿਆ ਜਾ ਰਿਹਾ ਸੀ, ਜਬਰੀ ਸ਼ਰਾਬ ਸਮੇਤ ਹੋਰ ਨਸ਼ੇ ਦਾ ਸੇਵਨ ਕਰਵਾਇਆ ਜਾ ਰਿਹਾ ਸੀ, ਜਿਸ ਦੇ ਇੱਕ ਛੋਟੇ ਬੱਚੇ ਨੂੰ ਵੀ ਮਾਲਕ ਦੇ ਵੱਲੋਂ ਕੁੱਟਿਆ ਗਿਆ। ਇਸ ਬਾਰੇ ਡੌਗ ਦੇ ਮਾਲਕ ਨੂੰ ਜਾਣਨ ਵਾਲੇ ਵੱਲੋਂ ਹੀ ਸ਼ਿਕਾਇਤ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹਨਾਂ ਡੌਗਸ ਦਾ ਮੈਡੀਕਲ ਕਰਵਾਇਆ ਗਿਆ ਕਿ ਸਬੂਤ ਮਿਲੇ ਕਿ ਉਸ ਦੀਆਂ ਹੱਡੀਆਂ ਵੀ ਟੁੱਟੀਆਂ ਹੋਈਆਂ ਸੀ ਤੇ ਮਾਰਨ ਦੇ ਨਿਸ਼ਾਨ ਵੀ ਸਨ। ਮੈਡੀਕਲ ਵਿੱਚ ਇਹ ਵੀ ਆਇਆ ਕਿ ਉਸ ਨੂੰ ਨਸ਼ੇ ਵੀ ਦਿੱਤੇ ਗਏ ਸੀ। ਇਸ ਸੰਬੰਧੀ ਹੁਣ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ। ਇਸ ਡੌਗ ਸਮੇਤ ਇਸ ਦੇ 10 ਬੱਚਿਆਂ ਨੂੰ ਅਧਿਕਾਰੀਆਂ ਦੇ ਵੱਲੋਂ ਬਚਾਇਆ ਗਿਆ ਹੈ। ਡੌਗ ਦੇ ਛੋਟੇ ਬੱਚੇ ਅਜੇ ਅੱਖਾਂ ਵੀ ਚੰਗੀ ਤਰ੍ਹਾਂ ਨਹੀਂ ਸੀ ਖੋਲ੍ਹ ਪਾ ਰਹੇ ਕਿ ਇਹਨਾਂ ਵਿੱਚੋਂ ਇੱਕ ਨੂੰ ਮਾਲਕ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਦੇ ਮਾਰਨ ਦੇ ਨਿਸ਼ਾਨ ਮੈਡੀਕਲ 'ਚ ਮਿਲੇ ਨੇ।
ਜਿਸ ਦੇ ਬਾਰੇ ਕਿਹਾ ਗਿਆ ਹੈ ਕਿ 6 ਹਫ਼ਤੇ ਤੋਂ ਬਾਅਦ ਇਹਨਾਂ ਨੂੰ ਗੋਦ ਲਿਆ ਜਾ ਸਕਦਾ ਹੈ ਤੇ ਇਹਨਾਂ ਦੀ ਮਾਂ ਹੈ ਜੋ ਉਹ ਜਦੋਂ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਗੋਦ ਲਿਆ ਜਾ ਸਕਦਾ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਅਪਡੇਟਸ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।